ਹੈਲੋ ਸਟੂਡੈਂਟ, ਅੱਜ ਆਪਾਂ ਪੁਲਾੜ ਦੀ ਪਰੀ ਕਲਪਨਾ ਚਾਵਲਾ ਬਾਰੇ ਪੜ੍ਹਾਂਗੇ। ਇਹ ਲੇਖ ਹੈ ਜਿਹੜਾ ਸੁਨੀਲ ਕੁਮਾਰ ਬੇਦੀ ਦੁਆਰਾ ਲਿਖਿਆ ਗਿਆ ਹੈ, ਜਿਨ੍ਹਾਂ ਦਾ ਜਨਮ 3 ਫਰਵਰੀ 1975 ਈਸਵੀ ਪਿੰਡ ਰਘੂਆਣਾ, ਜ਼ਿਲ੍ਹਾ ਸਿਰਸਾ, ਹਰਿਆਣਾ ਵਿਖੇ ਹੋਇਆ। ਆਪ ਦੇ ਪਿਤਾ ਦਾ ਨਾਮ ਲਾਲ ਚੰਦ ਤੇ ਮਾਤਾ ਦਾ ਨਾਮ ਰਾਜਕੁਮਾਰੀ ਹੈ। ਆਪ ਨੇ MA ਪੰਜਾਬੀ ਤੇ MA ਅਰਥ ਸ਼ਾਸਤਰ ਦੀ ਪੜ੍ਹਾਈ ਕੀਤੀ। ਪਾਠ ਪੁਸਤਕ ਵਿੱਚ ਦਰਜ ਲੇਖ ਵਿੱਚ ਆਪਣੇ ਮਹਾਨ ਵਿਗਿਆਨੀ ਕਲਪਨਾ ਚਾਵਲਾ ਦੇ ਜੀਵਨ ਤੇ ਪ੍ਰਾਪਤੀਆਂ ਬਾਰੇ ਪ੍ਰਭਾਵਸ਼ਾਲੀ ਢੰਗ ਨਾਲ ਵਰਣਨ ਕੀਤਾ ਹੈ। ਕੀ ਦੱਸਿਆ ਉਹਨਾਂ ਨੇ ਕਿ ਕਲਪਨਾ ਚਾਵਲਾ ਇੱਕ ਪੁਲਾੜ ਵਿਗਿਆਨੀ ਸੀ। ਉਸਨੇ ਆਪਣੇ ਦ੍ਰਿੜ ਇਰਾਦਿਆਂ ਨਾਲ ਚੰਨ ਤਾਰਿਆਂ ਦੇ ਰਹੱਸਮਈ ਜੀਵਨ ਨੂੰ ਜਾਣਨ ਦਾ ਆਪਣਾ ਪੂਰਾ ਉਦੇਸ਼ ਪੂਰਾ ਕੀਤਾ। ਪੁਲਾੜ ਯਾਤਰਾ ਦੌਰਾਨ ਮਹਾਨ ਖੋਜਾਂ ਸਦਕਾ ਆਪਣੇ ਦੇਸ਼ ਦਾ ਨਾਂ ਰੋਸ਼ਨ ਕੀਤਾ। ਕਲਪਨਾ ਚਾਵਲਾ ਦਾ ਜਿਹੜਾ ਜਨਮ ਹੈ 1 ਜੁਲਾਈ 1961 ਨੂੰ ਕਰਨਾਲ ਵਿਖੇ ਹੋਇਆ। ਉਸਦੀ ਮਾਤਾ ਸੰਯੋਗਤਾ ਤੇ ਪਿਤਾ ਬਨਾਰਸੀ ਲਾਲ ਉਸਨੂੰ ਬਹੁਤ ਪਿਆਰ ਕਰਦੇ ਸਨ ਤੇ ਪਿਆਰ ਨਾਲ ਉਸਨੂੰ ਮੋਂਟੂ ਕਹਿੰਦੇ ਸਨ। ਉਹ ਆਪਣੇ 4 ਭੈਣ ਭਰਾਵਾਂ ਵਿੱਚੋਂ ਸਭ ਤੋਂ ਛੋਟੀ ਸੀ। ਕਲਪਨਾ ਚਾਵਲਾ ਦਾ ਮੁੱਢਲਾ ਸਮਾਂ ਕਰਨਾਲ ਵਿੱਚ ਹੀ ਬੀਤਿਆ। ਉਸਨੇ ਚੌਥੀ ਵਿੱਚ ਸਪੇਸ ਸ਼ਟਲ ਦਾ ਮਾਡਲ ਬਣਾਇਆ। 10ਵੀਂ ਦੀ ਪ੍ਰੀਖਿਆ ਟੈਗੋਰ ਨਾਲ ਬਾਲ ਨਿਕੇਤਨ ਸਕੂਲ ਕਰਨਾਲ ਤੋਂ ਪਾਸ ਕੀਤੀ। ਕਲਪਨਾ ਚਾਵਲਾ ਨੇ DAV ਗਰਲਜ਼ ਕਰਨਾਲ ਤੋਂ ਪ੍ਰੀ ਯੂਨੀਵਰਸਿਟੀ ਅਤੇ ਦਿਆਲ ਸਿੰਘ ਕਾਲਜ ਕਰਨਾਲ ਤੋਂ ਪ੍ਰੀ ਇੰਜੀਨੀਅਰਿੰਗ ਕੀਤੀ। ਇੱਥੇ ਹੀ ਉਸਨੇ ਇੱਕ ਫਲਾਈਂਗ ਕਲੱਬ ਦੀ ਮੈਂਬਰ ਬਣ ਕੇ ਪੁਸ਼ਪਕ ਵਿਮਾਨ ਉਡਾਉਣਾ ਤੇ ਗਲਾਈਡਿੰਗ ਸਿੱਖ ਲਈ। ਕਲਪਨਾ ਚਾਵਲਾ ਦਾ ਪਰਿਵਾਰ ਧਾਰਮਿਕ ਵਿਚਾਰਾਂ ਵਾਲਾ ਸੀ। ਉਸਦੇ ਮਾਤਾ ਪਿਤਾ ਸਮਾਜ ਸੇਵਕ ਸਨ। ਕਲਪਨਾ ਚਾਵਲਾ ਨੇ ਇਹੀ ਸੰਸਕਾਰ ਪ੍ਰਾਪਤ ਕੀਤੇ ਸਨ। ਉਸ ਦਾ ਸੁਪਨਾ ਚੰਨ ਤਾਰਿਆਂ ਨੂੰ ਰਹੱਸਮਈ ਦੁਨੀਆ ਬਾਰੇ ਜਾਣਨ ਦਾ ਸੀ। ਉਹ ਚਾਹੁੰਦੀ ਸੀ ਕਿ ਉਹ ਚੰਡੀਗੜ੍ਹ ਦੇ ਇੰਜੀਨੀਅਰ ਕਾਲਜ ਤੋਂ ਬੈਚਲਰ ਆਫ ਇੰਜੀਨੀਅਰ ਕਰੇ। ਉਸਦੇ ਪਿਤਾ ਜੀ ਉਸ ਨੂੰ ਅਧਿਆਪਕ ਜਾਂ ਡਾਕਟਰ ਬਣਾਉਣਾ ਚਾਹੁੰਦੇ ਸਨ। ਉਸਨੇ ਬਹੁਤ ਮੁਸ਼ਕਿਲ ਨਾਲ ਆਪਣੇ ਮਾਤਾ ਪਿਤਾ ਨੂੰ ਮਨਾਇਆ। ਕਲਪਨਾ ਚਾਵਲਾ ਆਪਣੇ ਵੱਡੇ ਸੁਪਨੇ ਨੂੰ ਸਾਕਾਰ ਕਰਨ ਲਈ ਦ੍ਰਿੜ ਇਰਾਦਾ ਰੱਖਦੀ ਸੀ। ਉਹ ਸਪੇਸ ਇੰਜੀਨੀਅਰ ਬਣ ਕੇ ਪੁਲਾੜ ਵਿੱਚ ਜਾਣਾ ਚਾਹੁੰਦੀ ਸੀ ਤਾਂ ਜੋ ਚੰਨ ਤਾਰਿਆਂ ਦੇ ਰਹੱਸ ਬਾਰੇ ਜਾਣ ਸਕੇ। ਉਸਨੇ 1982 ਵਿੱਚ BA ਦੀ ਡਿਗਰੀ ਇੰਜੀਨੀਅਰ ਕਾਲਜ ਚੰਡੀਗੜ੍ਹ ਤੋਂ ਕੀਤੀ। ਉਹ ਐਸਟਰੋ ਸੁਸਾਇਟੀ ਦੀ ਸਕੱਤਰ ਚੁਣੀ ਗਈ। ਕਲਪਨਾ ਚਾਵਲਾ ਕੁੜੀਆਂ ਨੂੰ ਉੱਚ ਸਿੱਖਿਆ ਦੇਣ ਦੇ ਹੱਕ ਵਿੱਚ ਸੀ। ਉਹ ਚਾਹੁੰਦੀ ਸੀ ਕਿ ਸਭ ਮਾਪੇ ਧੀਆਂ ਨੂੰ ਸਿੱਖਿਆ ਲਈ ਕਾਲਜ ਜ਼ਰੂਰ ਭੇਜਣ। ਉਹ ਚਾਹੁੰਦੀ ਸੀ ਕਿ ਹਰ ਲੜਕੀ ਦੀ ਘਰ ਦੀ ਚਾਰਦੀਵਾਰੀ ਤੋਂ ਬਾਹਰ ਨਿਕਲ ਕੇ ਆਪਣੀ ਯੋਗਤਾ ਦਰਸਾਵੇ। ਉਸਦੀ ਇਹ ਸੋਚ ਸੀ ਕਿ ਜੇਕਰ ਔਰਤ ਪੜ੍ਹੇਗੀ ਤਾਂ ਹੀ ਸਮਾਜ ਤਰੱਕੀ ਕਰ ਸਕੇਗਾ। ਕਲਪਨਾ ਚਾਵਲਾ ਦੇ ਮਾਤਾ ਪਿਤਾ ਉਸਨੂੰ ਭਾਰਤ ਵਿੱਚ ਰਹਿ ਕੇ ਮਾਸਟਰ ਡਿਗਰੀ ਕਰਨ ਲਈ ਜ਼ੋਰ ਪਾ ਰਹੇ ਸਨ, ਪਰੰਤੂ ਉਸਨੇ ਇੱਕ ਵਾਰ ਫਿਰ ਬਹੁਤ ਜੱਦੋ-ਜਹਿਦ ਕਰਕੇ ਉਹਨਾਂ ਦੇ ਦੇਸ਼ ਤੋਂ ਬਾਹਰ ਪੜ੍ਹਨ ਲਈ ਰਾਜ਼ੀ ਕਰ ਲਿਆ। ਉਸਨੇ 1982 ਵਿੱਚ ਟੈਕਸਾਸ ਯੂਨੀਵਰਸਿਟੀ ਅਮਰੀਕਾ ਵਿਖੇ ਮਾਸਟਰ ਇਨ ਐਰੋਨਾਟਿਕਲ ਚੁਣੇ ਜਾਣ ਤੋਂ ਬਾਅਦ 1984 ਵਿੱਚ ਯੂਨੀਵਰਸਿਟੀ ਆਫ ਟੈਕਸਾਸ ਅਰਲਿੰਗਟਨ ਤੋਂ ਏਅਰ ਸਪੇਸ ਇੰਜੀਨੀਅਰਿੰਗ ਦੀ ਪੜ੍ਹਾਈ ਪੂਰੀ ਕੀਤੀ। 1988 ਵਿੱਚ ਯੂਨੀਵਰਸਿਟੀ ਆਫ ਕੋਲੋਰਾਡੋ ਬੋਲੈਂਡਰ ਤੋਂ ਦੂਜੀ ਮਾਸਟਰ ਡਿਗਰੀ ਤੇ PhD ਦੀ ਡਿਗਰੀ ਪ੍ਰਾਪਤ ਕੀਤੀ। ਅਮਰੀਕਾ ਵਿੱਚ ਪੜ੍ਹਾਈ ਦੌਰਾਨ ਕਲਪਨਾ ਚਾਵਲਾ ਦੀ ਮਿੱਤਰਤਾ ਇੱਕ ਫਰਾਂਸੀਸੀ ਨੌਜਵਾਨ ਜੀਨ ਪਿਅਰਿੰਗ ਹੈਰੀਸਨ ਨਾਲ ਹੋਈ। ਦੋਹਾਂ ਦੀਆਂ ਰੁਚੀਆਂ ਵਿੱਚ ਇਕਸਾਰਤਾ ਹੋਣ ਕਰਕੇ ਉਹਨਾਂ ਨੇ ਵਿਆਹ ਕਰ ਲਿਆ। ਜੀਨ ਪੀਅਰ ਹੈਰੀਸਨ ਕਿੱਤੇ ਵਜੋਂ ਫਲਾਈਂਗ ਇੰਸਟ੍ਰਕਟਰ ਸੀ। 1988 ਵਿੱਚ ਕਲਪਨਾ ਚਾਵਲਾ ਨੇ ਨਾਸਾ ਵਿੱਚ ਕੰਮ ਕਰਨਾ ਆਰੰਭ ਕੀਤਾ। ਉਹ ਪ੍ਰਮਾਣਿਤ ਫਲਾਈਂਗ ਇੰਸਟ੍ਰਕਟਰ ਸੀ। ਇਸਨੇ ਏਅਰਕ੍ਰਾਫਟ ਤੇ ਗਲਾਈਡਰ ਉਡਾਏ। ਉਸਨੇ ਏਅਰ ਸਪੇਸ ਨਾਲ ਸੰਬੰਧਿਤ ਕਈ ਡਿਗਰੀਆਂ ਪ੍ਰਾਪਤ ਕੀਤੀਆਂ। 1993 ਵਿੱਚ ਉਹ ਓਵਰਸੈਟ ਮੈਥਡਸ ਇੱਕ ਨਾਮੀ ਮਿਸ਼ਨ ਨਾਲ ਵਾਈਸ ਪ੍ਰੈਜ਼ੀਡੈਂਟ ਤੇ ਖੋਜ ਵਿਗਿਆਨੀ ਵਜੋਂ ਜੁੜ ਗਈ। ਹੁਣ ਉਹ ਨਾਸਾ ਦੇ ਐਸਟਰੋਨੌਟ ਕਾਰਪਸ ਦਾ ਅਹਿਮ ਹਿੱਸਾ ਬਣ ਚੁੱਕੀ ਸੀ। ਇਹ ਮਿਸ਼ਨ STS 19 ਨਵੰਬਰ 1997 ਨੂੰ ਸ਼ੁਰੂ ਹੋਇਆ। ਇਸ ਮਿਸ਼ਨ ਦਾ ਉਦੇਸ਼ ਪੁਲਾੜ ਵਿੱਚ ਇੱਕ ਸਪਾਰਟਨ
ਸੈਟੇਲਾਈਟ ਨਾਂ ਦੇ ਉਪਗ੍ਰਹਿ ਨੂੰ ਗ੍ਰਹਿ ਪੰਧ 'ਤੇ ਆਉਣਾ ਪਿਆ ਸੀ। ਕਲਪਨਾ ਚਾਵਲਾ ਨੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਨਾਲ ਪੁਲਾੜ ਵਿੱਚੋਂ ਹੀ ਗੱਲ ਕੀਤੀ। ਇਸ ਮਿਸ਼ਨ ਨੇ ਉਸਨੇ ਸਫਲਤਾ ਨਾਲ ਪੂਰਾ ਕੀਤਾ। ਕਲਪਨਾ ਚਾਵਲਾ ਨੂੰ ਪੁਲਾੜ ਵਿੱਚ ਯਾਤਰਾ ਕਰਨ ਵਾਲੀ ਪਹਿਲੀ ਭਾਰਤੀ ਔਰਤ ਦਾ ਮਾਣ ਪ੍ਰਾਪਤ ਹੋਇਆ। ਸਾਰਾ ਦੇਸ਼ ਉਸਦੇ ਮਾਣ 'ਤੇ ਖੁਸ਼ ਸੀ। ਇਸ ਤੋਂ ਪਹਿਲਾਂ ਕਿ ਰਾਕੇਸ਼ ਸ਼ਰਮਾ 1984 ਵਿੱਚ ਪੁਲਾੜ ਵਿੱਚ ਜਾ ਚੁੱਕੇ ਸਨ। 16 ਜਨਵਰੀ 2003 ਨੂੰ ਕਲਪਨਾ ਚਾਵਲਾ ਮਿਸ਼ਨ STS-107 ਦੇ ਕੰਮ ਨੂੰ ਪੂਰਾ ਕਰਨ ਲਈ ਕੋਲੰਬੀਆ ਨਾਂ ਦੇ ਪੁਲਾੜੀ ਜਹਾਜ਼ ਦੁਆਰਾ ਹੀ ਦੂਜੀ ਵਾਰ ਪੁਲਾੜ ਵਿੱਚ ਗਈ। ਇਸ ਮਿਸ਼ਨ ਵਿੱਚ ਉਸਨੇ ਆਪਣੇ ਸਾਥੀ ਵਿਗਿਆਨੀਆਂ ਦੇ ਮਨੁੱਖੀ ਸਰੀਰ ਉੱਤੇ ਪੁਲਾੜ ਦਾ ਪ੍ਰਭਾਵ, ਕੈਂਸਰ ਕੋਸ਼ਿਕਾਵਾਂ ਦੀ ਸਮੀਖਿਆ ਤੇ ਬ੍ਰਹਿਮੰਡ ਦੇ ਹੋਰ ਰਹੱਸਾਂ ਬਾਰੇ ਤਕਰੀਬਨ 80 ਪ੍ਰਯੋਗ ਕੀਤੇ। 16 ਦਿਨ ਪੁਲਾੜ ਵਿੱਚ ਰਹਿਣ ਤੋਂ ਬਾਅਦ 1 ਫਰਵਰੀ 2003 ਨੂੰ ਆਪਣੇ ਮਿਸ਼ਨ ਪੂਰਾ ਕਰਕੇ ਆਪਣੇ ਸਾਰੇ ਸਾਥੀਆਂ ਵਿਗਿਆਨੀਆਂ ਨਾਲ ਵਾਪਸ ਪਰਤ ਰਹੀ ਸੀ ਕਿ ਧਰਤੀ ਦੇ ਵਾਯੂਮੰਡਲ ਵਿੱਚ ਦਾਖਲ ਹੋਣ ਤੋਂ 16 ਮਿੰਟ ਪਹਿਲਾਂ ਕੋਲੰਬੀਆ ਪੁਲਾੜੀ ਜਹਾਜ਼ ਵਿੱਚ ਕੋਈ ਖਰਾਬੀ ਆ ਗਈ। ਕੰਟਰੋਲ ਰੂਮ ਤੋਂ ਵੀ ਕੁਝ ਪਤਾ ਨਹੀਂ ਸੀ ਲੱਗ ਰਿਹਾ। ਅਚਾਨਕ ਉਸ ਪੁਲਾੜੀ ਜਹਾਜ਼ ਦਾ ਤਾਪਮਾਨ ਵੱਧ ਗਿਆ। ਇੱਕ ਲੰਬੀ ਚੁੱਪ ਛਾ ਗਈ। ਉਸੇ ਹੀ ਦਿਨ ਸ਼ਾਮ ਨੂੰ 7:30 ਵਜੇ ਇੱਕ ਧਮਾਕੇ ਨਾਲ ਉਹ ਪੁਲਾੜੀ ਜਹਾਜ਼ ਤਬਾਹ ਹੋ ਗਿਆ। ਇਸ ਦੇ ਨਾਲ ਹੀ ਕਲਪਨਾ ਚਾਵਲਾ ਤੇ ਉਸਦੇ 6 ਸਾਥੀ ਵਿਗਿਆਨੀ ਖਲਾਅ ਵਿੱਚ ਸਮਾ ਗਏ। ਇਸ ਹਾਦਸੇ ਨੇ ਪੂਰੀ ਦੁਨੀਆ ਨੂੰ ਗਮਗੀਨ ਕਰ ਦਿੱਤਾ। ਖੁਸ਼ੀ ਦਾ ਮਾਹੌਲ ਮਾਤਮ ਵਿੱਚ ਬਦਲ ਗਿਆ। ਕਲਪਨਾ ਚਾਵਲਾ ਨੂੰ ਮਰਨ ਉਪਰੰਤ ਕਈ ਮਾਨ ਸਨਮਾਨ ਦਿੱਤੇ ਗਏ। ਉਸ ਨੂੰ ਕੰਗਰੈਚੁਲੇਸ਼ਨ ਸਪੇਸ ਮੈਡਲ, ਨਾਸਾ ਸਪੇਸ ਫਲਾਈਟ ਮੈਡਲ, ਨਾਸਾ ਡਿਸਟਿੰਗੁਇਸ਼ਡ ਸਰਵਿਸ ਮੈਡਲ ਨਾਲ ਸਨਮਾਨਿਆ ਗਿਆ। ਯੂਨੀਵਰਸਿਟੀ ਆਫ ਕੈਲੋਰਾਡੋ ਨੇ 1983 ਤੋਂ ਦਿੱਤੇ ਜਾ ਰਹੇ ਆਊਟਸਟੈਂਡਿੰਗ ਰੀਸੈਂਟ ਐਲਮਨੀ ਅਵਾਰਡ ਦਾ ਨਾਂ ਕਲਪਨਾ ਚਾਵਲਾ ਅਵਾਰਡ ਰੱਖ ਦਿੱਤਾ। ਕਲਪਨਾ ਚਾਵਲਾ ਦੀ ਯਾਦ ਕਰਨਾਲ ਵਿੱਚ ਕਲਪਨਾ ਚਾਵਲਾ ਮੈਡੀਕਲ ਕਾਲਜ ਦੀ ਸਥਾਪਨਾ ਕੀਤੀ ਗਈ। ਹਰਿਆਣਾ ਸਰਕਾਰ ਨੇ ਕੁਰੂਕਸ਼ੇਤਰ ਵਿੱਚ ਕਲਪਨਾ ਚਾਵਲਾ ਤਾਰਾ ਮੰਡਲ ਦੀ ਸਥਾਪਨਾ ਕੀਤੀ ਹੈ। ਇਸ ਤਰ੍ਹਾਂ ਦੇਸ਼ਾਂ ਵਿਦੇਸ਼ਾਂ 'ਚ ਉਸ ਨੂੰ ਕਈ ਸਨਮਾਨ ਪ੍ਰਾਪਤ ਦਿੱਤੇ ਗਏ। ਕਲਪਨਾ ਚਾਵਲਾ ਭਾਰਤ ਦਾ ਮਾਣ ਹੈ। ਉਸ ਦੀ ਯਾਦ ਭਾਰਤੀਆਂ ਦੇ ਮਨਾਂ ਵਿੱਚ ਹਮੇਸ਼ਾ ਤਾਜ਼ਾ ਰਹੇਗੀ। ਭਾਰਤ ਸਦਾ ਹੀ ਆਪਣੀ ਇਸ ਦ੍ਰਿੜ ਇਰਾਦੇ ਵਾਲੀ ਬੇਟੀ ਉੱਤੇ ਮਾਣ ਕਰਦਾ ਰਹੇਗਾ। ਕਲਪਨਾ ਚਾਵਲਾ ਉਹਨਾਂ ਨੌਜਵਾਨ ਪੀੜ੍ਹੀ ਲਈ ਸਦਾ ਪ੍ਰੇਰਨਾ ਸਰੋਤ ਰਹੀ। ਹੁਣ ਅੱਗੇ ਇਹਦੇ ਨਾਲ ਸੰਬੰਧਿਤ ਪ੍ਰਸ਼ਨ ਉੱਤਰ। ਪੁਲਾੜ ਵਿਗਿਆਨੀ ਕਲਪਨਾ ਚਾਵਲਾ ਦਾ ਬਚਪਨ ਕਿਸ ਤਰ੍ਹਾਂ ਬੀਤਿਆ? ਪੁਲਾੜ ਵਿਗਿਆਨੀ ਕਲਪਨਾ ਚਾਵਲਾ ਦਾ ਬਚਪਨ ਕਰਨਾਲ ਸਥਿਤ ਮਾਡਲ ਟਾਊਨ ਵਾਲੇ ਘਰ ਵਿੱਚ ਚੰਨ ਤਾਰਿਆਂ ਦੀ ਰਹੱਸਮਈ ਦੁਨੀਆ ਬਾਰੇ ਸੋਚਦਿਆਂ ਬੀਤਿਆ। ਉਸ ਨੇ ਚੌਥੀ ਜਮਾਤ ਵਿੱਚ ਇੱਕ ਸਪੇਸ ਸ਼ਟਲ ਦਾ ਮਾਡਲ ਬਣਾਇਆ। ਉਸ ਨੇ ਉਦੋਂ ਹੀ ਇਹ ਕਿਹਾ ਸੀ ਕਿ ਉਹ ਵੱਡੀ ਹੋ ਕੇ ਇਸ ਤਰ੍ਹਾਂ ਦੇ ਸਪੇਸ ਸ਼ਟਲ ਦੇ ਵਿੱਚ ਯਾਤਰਾ ਕਰੇਗੀ। ਉਸ ਨੇ 10ਵੀਂ ਦੀ ਪ੍ਰੀਖਿਆ ਟੈਗੋਰ ਬਾਲ ਨਿਕੇਤਨ ਸਕੂਲ ਕਰਨਾਲ ਤੋਂ ਪਾਸ ਕੀਤੀ। ਅੱਗੇ ਆ ਗਿਆ ਪਰਿਵਾਰਿਕ ਮਾਹੌਲ ਦਾ ਸਾਹਮਣਾ ਕਲਪਨਾ ਨੇ ਕਿਸ ਤਰ੍ਹਾਂ ਕੀਤਾ? ਕਲਪਨਾ ਬਚਪਨ ਤੋਂ ਹੀ ਆਪਣੀਆਂ ਅੱਖਾਂ ਵਿੱਚ ਇੱਕ ਵੱਡਾ ਸੁਪਨਾ ਸੰਜੋਈ ਬੈਠੀ ਸੀ। ਉਸ ਦੇ ਪਿਤਾ ਜੀ ਉਸ ਨੂੰ ਅਧਿਆਪਕ ਜਾਂ ਡਾਕਟਰੀ ਪੇਸ਼ੇ ਵੱਲ ਭੇਜਣਾ ਚਾਹੁੰਦੇ ਸਨ। ਉਹ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਤੋਂ ਬੈਚਲਰ ਆਫ ਇੰਜੀਨੀਅਰ ਦੀ ਡਿਗਰੀ ਕਰਨਾ ਚਾਹੁੰਦੀ ਸੀ। ਕਲਪਨਾ ਨੇ ਬਹੁਤ ਹੀ ਮੁਸ਼ਕਿਲ ਨਾਲ ਆਪਣੇ ਮਾਤਾ ਪਿਤਾ ਨੂੰ ਮਨਾਇਆ। ਉਹ ਆਪਣੇ ਵੱਡੇ ਸੁਪਨੇ ਨੂੰ ਸਾਕਾਰ ਕਰਨ ਲਈ ਖੂਬ ਪੜ੍ਹਾਈ ਕਰ ਰਹੀ ਸੀ। ਉਹ ਸਪੇਸ ਇੰਜੀਨੀਅਰ ਬਣ ਕੇ ਹਵਾ ਵਿੱਚ ਉੱਡਣਾ ਚਾਹੁੰਦੀ ਸੀ। ਆਪਣੇ ਮਾਂ-ਬਾਪ ਨੂੰ ਰਾਜ਼ੀ ਕਰਕੇ ਉਸਨੇ 4 ਸਾਲ ਦੀ ਸਖਤ ਮਿਹਨਤ ਤੋਂ ਬਾਅਦ 1982 ਵਿੱਚ BE ਮਤਲਬ ਬੈਚਲਰ ਆਫ ਇੰਜੀਨੀਅਰ ਦੀ ਡਿਗਰੀ ਅਵਲ ਦਰਜੇ 'ਚ ਪਾਸ ਕੀਤੀ। 1982 'ਚ ਆਪਣੇ ਮਾਪਿਆਂ ਨੂੰ ਬਹੁਤ ਜੱਦੋ-ਜਹਿਦ ਨਾਲ ਰਾਜ਼ੀ ਕਰਕੇ ਅਮਰੀਕਾ ਦੇ ਟੈਕਸਾਸ ਯੂਨੀਵਰਸਿਟੀ ਵਿੱਚ ਮਾਸਟਰ ਇਨ ਐਰੋਨਾਟਿਕਲ ਇੰਜੀਨੀਅਰ ਦੀ ਪੜ੍ਹਾਈ ਕਰਨ ਲਈ ਚਲੀ ਗਈ। ਨੈਕਸਟ ਪ੍ਰਸ਼ਨ ਆ ਗਿਆ, ਕਲਪਨਾ ਪਹਿਲੀ ਵਾਰ ਪੁਲਾੜ ਵਿੱਚ ਕਦੋਂ ਗਈ ਤੇ ਉਸ ਦਾ ਮਿਸ਼ਨ ਦਾ ਉਦੇਸ਼ ਕੀ ਸੀ? ਕਲਪਨਾ ਪਹਿਲੀ ਵਾਰ 1996 ਵਿੱਚ ਧਰਤੀ ਦੁਆਲੇ ਯਾਤਰਾ ਮਿਸ਼ਨ ਵਿੱਚ ਸਪੇਸ ਸ਼ਟਲ ਦੇ ਮਹੱਤਵਪੂਰਨ ਮੈਂਬਰ ਵਜੋਂ ਚੁਣੀ ਗਈ। ਇਹ ਮਿਸ਼ਨ STS-87 19 ਨਵੰਬਰ 1997 ਨੂੰ ਸ਼ੁਰੂ ਹੋਇਆ। ਇਸ ਮਿਸ਼ਨ ਦਾ ਉਦੇਸ਼ ਪੁਲਾੜ ਵਿੱਚ ਇੱਕ ਸਪਾਰਟਨ ਸੈਟੇਲਾਈਟ ਨਾਂ ਦੇ ਉਪਗ੍ਰਹਿ ਦੇ ਗ੍ਰਹਿ ਪੰਧ 'ਤੇ ਆਉਣਾ ਸੀ। ਕਲਪਨਾ ਚਾਵਲਾ ਦੀ ਮੌਤ ਕਿਸ ਤਰ੍ਹਾਂ ਹੋਈ?
16 ਜਨਵਰੀ 2003 ਨੂੰ ਕਲਪਨਾ ਚਾਵਲਾ ਮਿਸ਼ਨ STS-107 ਦੇ ਕਾਰਜ ਨੂੰ ਪੂਰਾ ਕਰਨ ਲਈ ਕੋਲੰਬੀਆ ਨਾਂ ਦੇ ਪੁਲਾੜੀ ਜਹਾਜ਼ ਦੀ ਮਹੱਤਵਪੂਰਨ ਮੈਂਬਰ ਵਜੋਂ ਪੁਲਾੜ ਵਿੱਚ ਗਈ। ਕਲਪਨਾ ਅਤੇ ਉਸ ਦੇ ਸਾਥੀਆਂ ਨੇ ਇਸ ਮਿਸ਼ਨ ਦੌਰਾਨ ਮਨੁੱਖੀ ਸਰੀਰ ਉੱਤੇ ਪੁਲਾੜ ਦਾ ਪ੍ਰਭਾਵ, ਕੈਂਸਰ ਕੋਸ਼ਿਕਾਵਾਂ ਦੀ ਸਮੀਖਿਆ, ਕੀਟ ਪਤੰਗਿਆਂ ਉੱਤੇ ਭਾਰਹੀਣਤਾ ਪ੍ਰਭਾਵ ਅਤੇ ਬ੍ਰਹਿਮੰਡ ਦੇ ਹੋਰ ਰਹੱਸਾਂ ਦੀ ਜਾਣਕਾਰੀ ਨਾਲ ਸੰਬੰਧਿਤ ਤਕਰੀਬਨ 80 ਪ੍ਰਯੋਗ ਕੀਤੇ। ਇਸ ਮਿਸ਼ਨ ਦੀ ਕਲਪਨਾ ਦੀ ਅਹਿਮ ਭੂਮਿਕਾ ਸੀ। 16 ਦਿਨ ਪੁਲਾੜ ਵਿੱਚ ਰਹਿਣ ਤੋਂ ਬਾਅਦ 1 ਫਰਵਰੀ 2003 ਨੂੰ ਕਲਪਨਾ ਨੇ ਉਸ ਦੇ ਸਾਥੀ ਵਿਗਿਆਨੀ ਧਰਤੀ ਵੱਲ ਪਰਤ ਰਹੇ ਸਨ। ਧਰਤੀ ਦੇ ਵਾਯੂਮੰਡਲ ਵਿੱਚ ਦਾਖਲ ਹੋਣ ਤੋਂ 16 ਮਿੰਟ ਪਹਿਲਾਂ ਕੋਲੰਬੀਆ ਦਾ ਸੰਪਰਕ ਕੰਟਰੋਲ ਰੂਮ ਨਾਲੋਂ ਟੁੱਟ ਗਿਆ। ਕੰਟਰੋਲ ਰੂਮ ਵਿੱਚ ਬੈਠੇ ਮਾਹਿਰ ਲੋਕ ਜਹਾਜ਼ ਦੇ ਸੰਦੇਸ਼ ਪੜ੍ਹ ਰਹੇ ਸਨ ਕਿ ਪੁਲਾੜ ਦੀ ਚੁੱਪੀ ਸਭਨਾਂ ਥਾਂ 'ਤੇ ਭਾਰੀ ਪੈ ਰਹੀ ਸੀ। ਕੈਲੀਫੋਰਨੀਆ, ਟੈਕਸਾਸ ਤੇ ਅਰਕਾਨਸਾਸ ਤੋਂ ਵਿਗਿਆਨੀ ਇਹ ਸੁਣਾਈ ਭੇਜ ਰਹੇ ਸਨ ਕਿ ਉਨ੍ਹਾਂ ਨੇ ਇੱਕ ਰੋਸ਼ਨੀ ਵੇਖੀ ਹੈ ਜੋ ਟੁੱਟੇ ਹੋਏ ਮਲਬੇ ਵਿੱਚ ਨਿਕਲੀ ਜਾਪਦੀ ਹੈ। ਅਚਾਨਕ ਤਾਪਮਾਨ ਵਿੱਚ ਬਹੁਤ ਜ਼ਿਆਦਾ ਵੱਧ ਗਿਆ ਤੇ ਇੱਕ ਡੂੰਘੀ ਚੁੱਪ ਛਾ ਗਈ। 1 ਫਰਵਰੀ 2003 ਨੂੰ ਸ਼ਾਮ 7:30 ਵਜੇ ਇੱਕ ਧਮਾਕੇ ਵਿੱਚ ਇਹ ਪੁਲਾੜੀ ਜਹਾਜ਼ ਤਬਾਹ ਹੋ ਗਿਆ। ਇਸ ਦੇ ਨਾਲ ਹੀ ਕਲਪਨਾ ਚਾਵਲਾ ਤੇ ਉਸ ਦੇ 6 ਹੋਰ ਪੁਲਾੜ ਵਿਗਿਆਨੀ ਖਲਾਅ ਵਿੱਚ ਅਭੇਦ ਹੋ ਗਏ। ਪੁਲਾੜ ਦੇ ਕਿਹੜੇ ਰਹੱਸ ਦਾ ਭੇਦ ਕਲਪਨਾ ਲਈ ਪ੍ਰੇਰਨਾ ਸਰੋਤ ਬਣਾ? ਪੁਲਾੜ ਦੇ ਚੰਨ ਤਾਰਿਆਂ ਦੇ ਰਹੱਸ ਦਾ ਭੇਦ ਕਲਪਨਾ ਲਈ ਪ੍ਰੇਰਨਾ ਸਰੋਤ ਬਣਿਆ। ਉਹ ਸਪੇਸ ਇੰਜੀਨੀਅਰ ਬਣਾ ਕੇ ਪੁਲਾੜ ਵਿੱਚ ਜਾ ਕੇ ਚੰਨ ਤਾਰਿਆਂ ਦੇ ਰਹੱਸ ਬਾਰੇ ਜਾਣਨਾ ਚਾਹੁੰਦੀ ਸੀ। ਉਹ ਤਰਲ ਪਦਾਰਥਾਂ ਦੇ ਗਤੀ ਵਿਗਿਆਨ, ਧਰਤੀ ਤੋਂ ਸਿੱਧੀ ਚੜ੍ਹਾਈ ਤੇ ਉਤਰਾਈ ਨਾਲ ਸੰਬੰਧਿਤ ਤਕਨੀਕ ਤਿਆਰ ਕਰਨਾ ਤੇ ਉਸ ਨੂੰ ਲਾਗੂ ਕਰਨਾ ਚਾਹੁੰਦੀ ਸੀ। ਪੁਲਾੜ ਵਿੱਚ ਗੁਰੂਰਤਾ ਬਲ ਦੀ ਕਮੀ ਕਾਰਨ ਮਨੁੱਖੀ ਸਰੀਰ ਦੇ ਅੰਗ ਆਪਣੇ ਆਪ ਕਿਰਿਆਸ਼ੀਲ ਹੋਣ ਲੱਗ ਜਾਂਦੇ ਹਨ। ਕਲਪਨਾ ਇਹਨਾਂ ਕਿਰਿਆਵਾਂ ਦਾ ਅਧਿਐਨ ਕਰਨਾ ਚਾਹੁੰਦੀ ਸੀ। ਆਪਣੀ ਆਖਰੀ ਪੁਲਾੜ ਯਾਤਰਾ ਦੌਰਾਨ ਉਸਨੇ ਮਨੁੱਖੀ ਸਰੀਰ ਉੱਤੇ ਪੁਲਾੜ ਦੇ ਪ੍ਰਭਾਵ, ਕੈਂਸਰ ਦੀਆਂ ਕੋਸ਼ਿਕਾਵਾਂ ਦੀ ਸਮੀਖਿਆ, ਕੀਟ ਪਤੰਗਾਂ ਉੱਤੇ ਭਾਰਹੀਣਤਾ ਪ੍ਰਭਾਵ ਤੇ ਬ੍ਰਹਿਮੰਡ ਦੇ ਹੋਰ ਰਹੱਸਾਂ ਬਾਰੇ ਜਾਣਕਾਰੀ ਨਾਲ ਸੰਬੰਧਿਤ ਤਕਰੀਬਨ 80 ਪ੍ਰਯੋਗ ਕੀਤੇ। ਕਲਪਨਾ ਚਾਵਲਾ ਦੇ ਜੀਵਨ ਤੋਂ ਸਾਨੂੰ ਕੀ ਪ੍ਰੇਰਨਾ ਮਿਲਦੀ ਹੈ? ਕਿ ਹਰ ਕੰਮ ਕਿਸੇ ਨੂੰ ਕਿਸੇ ਉਦੇਸ਼ ਲਈ ਕੀਤਾ ਜਾਣਾ ਚਾਹੀਦਾ ਹੈ। ਆਪਣਾ ਹਰ ਕੰਮ ਪੂਰੀ ਲਗਨ ਨਾਲ ਕੀਤਾ ਜਾਣਾ ਚਾਹੀਦਾ ਹੈ। ਜਦੋਂ ਅਸੀਂ ਆਪਣੇ ਕੰਮ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਹੋਵਾਂਗੇ ਤਾਂ ਅਸੀਂ ਆਪਣੀ ਮੰਜ਼ਿਲ 'ਤੇ ਪਹੁੰਚਣ ਵਿੱਚ ਕਾਮਯਾਬ ਹੋਵਾਂਗੇ। ਕਲਪਨਾ ਚਾਵਲਾ ਨੇ ਮਿਹਨਤ, ਲਗਨ, ਦ੍ਰਿੜ ਇਰਾਦੇ ਨਾਲ ਆਪਣੇ ਉਦੇਸ਼ ਦੀ ਪ੍ਰਾਪਤੀ ਲਈ ਕੰਮ ਕੀਤਾ ਤੇ ਸਫਲਤਾ ਪ੍ਰਾਪਤ ਕੀਤੀ। ਇਸੇ ਤਰ੍ਹਾਂ ਸਾਨੂੰ ਵੀ ਆਪਣੇ ਦ੍ਰਿੜ ਇਰਾਦੇ ਨਾਲ ਕੰਮ ਕਰਦਿਆਂ ਜੀਵਨ ਦੇ ਹਰ ਮੁਕਾਮ ਨੂੰ ਪ੍ਰਾਪਤ ਕਰਨਾ ਚਾਹੀਦਾ ਹੈ। ਅੱਗੇ ਸ਼ੁੱਧ ਕਰਕੇ ਲਿਖਣੇ ਆ। ਮੁਟਿਆਰ ਟੈਂਕੇ ਨੂੰ ਲਾਂ ਦੀ ਜਗ੍ਹਾ 'ਤੇ ਸਿਹਾਰੀ ਆਏਗੀ। ਵਿਗਿਆਨੀ ਵਿੱਚ ਵਾਵੇ ਨੂੰ ਸਿਹਾਰੀ, ਮਿਹਨਤ ਵਿੱਚ ਮੰਮੇ ਨੂੰ ਸਿਹਾਰੀ, ਨਾਗਰਿਕ ਵਿੱਚ ਚਰਾਰੇ ਨੂੰ ਸਿਹਾਰੀ, ਮਾਹੌਲ ਵਿੱਚ ਅੜਾ ਨਹੀਂ ਆਏਗਾ। ਅੱਗੇ ਵਾਕਾਂ ਵਿੱਚ ਵਿਸ਼ੇਸ਼ਣ ਚੁਣ ਕੇ ਉਹਨਾਂ ਦੀਆਂ ਕਿਸਮਾਂ ਲਿਖੋ। ਇਹਦੇ ਵਿੱਚ ਵਿਸ਼ੇਸ਼ਣ ਹੈ ਮਾਹਿਰ। ਫਸਟ ਸੈਂਟੈਂਸ ਵਿੱਚ ਕਲਪਨਾ ਚਾਵਲਾ ਮਾਹਿਰ ਵਿਗਿਆਨੀ। ਮਾਹਿਰ ਗੁਣਵਾਚਕ। ਅੱਗੇ ਪਹਿਲੀ ਭਾਰਤੀ ਔਰਤ। ਪਹਿਲੀ ਨਿਸ਼ਚੈਵਾਚਕ। ਕਲਪਨਾ ਦੇ ਪੁਲਾੜ 'ਚ ਬਹੁਤ ਪ੍ਰਯੋਗ ਤੇ ਬਹੁਤ ਸੰਖਿਆਵਾਚਕ। ਪੂਰਾ ਸੰਸਾਰ ਇਸ ਹਾਦਸੇ ਵਿੱਚ ਬਹੁਤ ਗਮਗੀਨ ਹੈ। ਪੂਰਾ ਸੰਖਿਆਵਾਚਕ। ਉਸ ਯਾਨ ਦੇ ਕੁਝ ਟੁਕੜੇ ਹੀ ਮਿਲ ਸਕੇ। ਕੁਝ ਸੰਖਿਆਵਾਚਕ। ਅੱਗੇ ਮੈਚਿੰਗ। ਟੈਕਸਾਸ ਅਮਰੀਕਾ। ਕਰਨਾਲ ਕਲਪਨਾ ਚਾਵਲਾ। ਕੋਲੰਬੀਆ ਪੁਲਾੜੀ ਜਹਾਜ਼। ਜੀਨ ਪਿਅਰੇ ਹੈਰਿਸਨ ਫਰਾਂਸਿਸ। ਇਹ ਸੀ ਬੱਚੇ ਦੇ ਨਾਲ ਸੰਬੰਧਿਤ ਬੁੱਕ ਵਰਕ। ਧੰਨਵਾਦ।